सो विद्यार्थियों, जिस तरह असीं अपने विषय टीचिंग लर्निंग प्रोसैस दे विच अध्यापन सूत्रां दे महत्व बारे और अध्यापन सूत्रां दा की स्थान है अपने अध्यापन खेत्र दे विच, सिक्ख्या खेत्र दे विच, उस दे संबंध दे विच असीं गल कर रहे सीगे। और असीं जिहड़ी हुण असीं अगली गल करनी है ਉਹਦਾ ਅਸੀਂ ਇੱਕ ਵਿਸ਼ੇਸ਼ਤਾ ਦੇ ਬਾਰੇ ਜਾਣਿਆ, ਅਧਿਆਪਨ ਸੂਤਰਾਂ ਦਾ ਕੀ ਸਥਾਨ ਹੈ ਉਸ ਦੇ ਬਾਰੇ ਜਾਣਿਆ। ਔਰ ਅਸੀਂ ਆਪਣੇ ਜੋ ਅਗਲੀ ਵਿਚਾਰ ਕਰਨੀ ਹੈ ਉਸ ਦੇ ਵਿੱਚ ਅਸੀਂ ਜੋ ਮੁੱਖ ਅਧਿਆਪਨ ਸੂਤਰ ਨੇ, ਕਿਹੜੇ-ਕਿਹੜੇ ਨੇ ਅਧਿਆਪਨ ਸੂਤਰ ਤੇ ਉਹ ਕਿਸ ਤਰ੍ਹਾਂ ਕਲਾਸ ਦੇ ਵਿੱਚ ਅਸੀਂ ਉਹਨਾਂ ਨੂੰ ਸਮਝਦੇ ਹਾਂ ਜਾਂ ਉਹਨਾਂ ਨੂੰ ਵੇਖਦੇ ਹਾਂ ਜਾਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਮੁੱਖ ਅਧਿਆਪਨ ਸੂਤਰ ਨੇ ਕਿਹੜੇ ਸਨ। ਮੁੱਖ अध्यापन सूत्र। जिस तरह असी गल करिए कि अध्यापन दे विच जिहड़े सूत्रां दी अहम भूमिका हुंदी है और ये सूत्र किस तरह साडे अध्यापन नूं रोचक बनाउंदे ने और अध्यापन नूं सफलतापूर्वक बनाउंदे ने जां कह लो कि सिੱਖਣ ਦੇ ਵਿੱਚ सहायक ਹੁੰਦੇ ਨੇ ਜਾਂ कह लो कि सहभागिता ਨੂੰ ਜਾਂ ਵਿਦਿਆਰਥੀਆਂ ਨੂੰ ਜਿਹੜਾ ਅਧਿਆਪਨ ਸਿੱਖਣ ਪ੍ਰੋਗਰਾਮ ਦੇ ਵਿੱਚ ਕਿਰਿਆਸ਼ੀਲ ਕਰਦੇ ਨੇ, ਅਧਿਆਪਕ ਨੂੰ ਕਿਰਿਆਸ਼ੀਲ ਕਰਦੇ ਨੇ। ਬਹੁਤ ਸਾਰੇ ਗੁਣ ਨੇ ਇਹਨਾਂ ਦੇ, ਉਹਨਾਂ ਦੇ ਨਾਲ ਹੀ ਇਹ ਕਿਸ ਤਰ੍ਹਾਂ ਕਾਰਜ ਕਰਦੇ ਨੇ ਜਾਂ ਇਹ ਮੁੱਖ ਅਧਿਆਪਨ ਜਿਹੜੇ ਸੂਤਰ ਨੇ ਉਹ ਕਿਹੜੇ-ਕਿਹੜੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਗਿਆਤ ਤੋਂ ਅਗਿਆਤ ਵੱਲ। ਪਹਿਲਾ ਜਿਹੜਾ ਅਧਿਆਪਨ ਸੂਤਰ ਹੈ ਉਹ ਹੈਗਾ ਜੀ ਗਿਆਤ ਤੋਂ ਅਗਿਆਤ। ਗਿਆਤ ਤੋਂ ਅਗਿਆਤ ਵੱਲ ਭਾਵ ਕਿ ਅਸੀਂ ਗਿਆਤ ਦੀ ਗੱਲ ਕਰੀਏ ਕਿ ਗਿਆਨ ਦੀ, ਜਿਸ ਚੀਜ਼ ਦੇ ਬਾਰੇ ਸਾਨੂੰ ਪਹਿਲਾਂ ਤੋਂ ਜਾਣਕਾਰੀ ਹੋਵੇ, ਜਿਸ ਚੀਜ਼ ਦੇ ਬਾਰੇ ਸਾਨੂੰ ਪਹਿਲਾਂ ਤੋਂ ਗਿਆਨ ਹੋਵੇ ਜਾਂ ਜਿਸ ਚੀਜ਼ ਦੇ ਬਾਰੇ ਅਸੀਂ ਬਹੁਤ ਡੂੰਘਾਈ ਦੇ ਨਾਲ ਜਾਣਦੇ ਹੋਈਏ, ਉਸ ਤੋਂ ਅਸੀਂ ਕਿਸ ਦੇ ਵੱਲ ਵਧਦੇ ਹਾਂ? ਅਗਿਆਤ ਦੇ ਵੱਲ ਵਧਦੇ ਹਾਂ। ਅਸੀਂ ਜਦੋਂ ਅਧਿਆਪਨ ਕਰਵਾਉਂਦਾ ਆਪਣੀ ਜਮਾਤ ਦੇ ਵਿੱਚ ਤਾਂ ਬੱਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਉਹ ਦੇਖਦਾ ਕਿ ਬੱਚੇ ਦਾ ਜਿਹੜਾ ਮਨੋ ਵਿਗਿਆਨਕ ਪੱਧਰ ਜਾਂ ਉਹਨਾਂ ਦਾ ਮਨੋਬਲ ਹੈ ਜਾਂ ਉਹਨਾਂ ਦੀਆਂ ਰੁਚੀਆਂ ਨੇ ਜਾਂ ਉਹ ਕਿਸ ਖੇਤਰ ਦੇ ਵੱਲ ਉਹਨਾਂ ਦਾ ਝੁਕਾਅ ਹੈ। ਇਹ ਵੀ ਗਿਆਨ ਦੇ ਵੱਲ ਆ ਜਾਂਦਾ ਕਿ ਉਹਨਾਂ ਦੇ ਗਿਆਨ ਨੂੰ ਵੇਖਣਾ। ਜਿਸ ਤਰ੍ਹਾਂ ਅਸੀਂ ਪਾਠ ਯੋਜਨਾ ਬਣਾਉਂਦੇ ਹਾਂ ਔਰ ਪਾਠ ਯੋਜਨਾ ਦੇ ਵਿੱਚ ਜਿਹੜਾ ਇੱਕ ਅਹਿਮ ਆਉਂਦਾ ਕਿ ਉਹਨਾਂ ਦੇ ਪੂਰਵ ਗਿਆਨ ਦੀ ਪਰਖ ਕੀਤੀ ਜਾਂਦੀ ਹੈ। ਉਸ ਗਿਆਨ ਦਾ ਜਾਂ ਉਸ ਗਿਆਨ ਨੂੰ ਵੇਖਣ ਦਾ ਇੱਕ ਹਿੱਸਾ ਹੁੰਦਾ ਕਿ ਗਿਆਨ, ਕਿ ਅਸੀਂ ਗਿਆਨ ਕਿ ਸਾਨੂੰ ਗਿਆਨ ਹੋਵੇ ਕਿ ਵਿਦਿਆਰਥੀਆਂ ਨੂੰ ਕਿਸ ਖੇਤਰ ਦਾ ਗਿਆਨ ਹੈ ਜਾਂ ਜੋ ਅਧਿਆਪਕ ਨੇ ਉਹਨਾਂ ਨੂੰ ਪੜ੍ਹਾਉਣਾ ਜਾਂ ਉਹਨਾਂ ਨੂੰ ਦੱਸਣਾ ਵਿਦਿਆਰਥੀ ਉਸ ਦੇ ਬਾਰੇ ਕਿੱਥੋਂ ਤੱਕ ਜਾਣਦੇ ਨੇ। ਉਸ ਚੀਜ਼ ਦੇ ਵੱਲੋਂ ਪਾਠ ਯੋਜਨਾ ਦੇ ਵਿੱਚ ਇੱਕ ਬਕਾਇਦਾ ਹਿੱਸਾ ਦਿੱਤਾ ਜਾਂਦਾ ਕਿ ਪੂਰਵ ਗਿਆਨ ਦੀ ਪਰਖ। ਕਿ ਸਭ ਤੋਂ ਪਹਿਲਾਂ ਜਦੋਂ ਅਧਿਆਪਕ ਜਮਾਤ ਦੇ ਵਿੱਚ ਜਾਂਦਾ ਤਾਂ ਪੂਰਵ ਗਿਆਨ ਦੀ ਪਰਖ ਕਰਦਾ, ਜੋ ਪਹਿਲਾਂ ਵਿਦਿਆਰਥੀ ਸਿੱਖੇ ਹੋਏ ਹਨ ਜਾਂ ਪਹਿਲਾਂ ਤੋਂ ਵਿਦਿਆਰਥੀ ਜਾਣਦੇ ਹਨ। ਔਰ ਉਸੇ ਗਿਆਨ ਨੂੰ ਆਧਾਰ ਬਣਾ ਕੇ ਉਹੀ ਜੋ ਵੀ ਉਹਨਾਂ ਕੋਲ ਜਾਣਕਾਰੀ ਭਾਵੇਂ ਅਧੂਰੀ ਵੀ ਹੋ ਸਕਦੀ ਹੈ ਔਰ ਉਹ ਜਾਣਕਾਰੀ ਜਿਹੜੀ ਪੂਰਨ ਵੀ ਹੋ ਸਕਦੀ ਹੈ। ਔਰ ਫਿਰ ਅਧਿਆਪਕ ਉਸ ਤੋਂ ਅੱਗੇ ਵੱਲ ਵੱਧਦਾ, ਜੋ ਜਿੱਥੋਂ ਤੱਕ ਵਿਦਿਆਰਥੀ ਜਾਣਦੇ ਹਨ ਉੱਥੋਂ ਤੱਕ ਅਧਿਆਪਕ ਉਹਨਾਂ ਨੂੰ ਬਾਰੇ ਪੁੱਛਦਾ ਹੈ ਜਾਂ ਉਹਨਾਂ ਦੇ ਬਾਰੇ ਜਾਣਦਾ ਹੈ। ਔਰ ਫਿਰ ਅਧਿਆਪਕ ਉਸ ਗਿਆਨ ਨੂੰ ਆਧਾਰ ਬਣਾ ਕੇ ਵਿਸ਼ਲੇ ਗਿਆਨ ਨੂੰ ਅੱਗੇ ਵੱਲ ਵੱਧਦਾ ਹੈ, ਭਾਵ ਅਗਿਆਤ ਵੱਲ ਵੱਧਦਾ ਹੈ, ਜਿਸ ਚੀਜ਼ ਦੇ ਬਾਰੇ ਉਹ ਆਪਣੀ ਜਿਹੜੀ ਜਾਣਕਾਰੀ ਹੈ ਉਹ ਨਹੀਂ ਰੱਖਦੇ ਹੈਗੇ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਇੱਕ ਉਦਾਹਰਨ ਲਈਏ ਕਿ ਵਿਦਿਆਰਥੀਆਂ ਤੋਂ ਇੱਕ ਪੋਲੀਟੀਕਲ ਸਾਇੰਸ ਜਾਂ ਕਿਸੇ ਵੀ ਹੋਰ ਵਿਸ਼ੇ ਦਾ ਜਿਹੜਾ ਅਧਿਆਪਕ ਹੈ ਉਹਨਾਂ ਤੋਂ ਪੁੱਛਦਾ ਕਿ ਵਿਦਿਆਰਥੀਓ ਤੁਸੀਂ ਆਪਣੇ ਅਧਿਕਾਰਾਂ ਦੇ ਬਾਰੇ ਕੀ ਜਾਣਦੇ ਹੋ ਜਾਂ ਦੇਸ਼ ਦੇ ਰਾਸ਼ਟਰੀ ਚਿੰਨ੍ਹ ਕਿਹੜਾ ਹੈ, ਦੇਸ਼ ਦਾ ਰਾਸ਼ਟਰੀ ਪੰਛੀ ਕਿਹੜਾ ਹੈ ਔਰ ਦੇਸ਼ ਦਾ ਰਾਸ਼ਟਰੀ ਰੁੱਖ ਕਿਹੜਾ ਹੈ। बहुत सारे सवाल ने ਜਿਹੜੇ ਉਹ ਕਰ ਸਕਦਾ ਹੈ। और ਤੁਸੀਂ किस देश ਵਿੱਚ ਰਹਿੰਦੇ ਹੋ, ਅਨੇਕਾਂ ਤਰ੍ਹਾਂ ਦੀਆਂ ਸਾਡੇ ਕੋਲ ਉਦਾਹਰਨਾਂ ਨੇ। और ਉਸ ਦੇ ਬਾਰੇ ਜਿਸ ਅਧਿਆਪਕ ਹੈ ਜਿਹੜਾ ਉਹਨਾਂ ਨੂੰ ਉਸ ਖੇਤਰ ਦੇ ਵੱਲ
ਜਾਂ ਉਸ ਆਪਣੇ ਵਿਸ਼ੇ ਦੇ ਵੱਲ ਉਹਨਾਂ ਨੂੰ ਲੈ ਜਾਂਦਾ ਹੈ ਹੌਲੀ ਹੌਲੀ ਸਵਾਲ ਪੁੱਛ ਕੇ ਕਿ ਵਿਦਿਆਰਥੀ ਜੋ ਦਾ ਜਿਹੜਾ ਗਿਆਨ ਦਾ ਆਧਾਰ ਹੈ ਉਹ ਉਹਨਾਂ ਦਾ ਪੂਰਵ ਗਿਆਨ ਬਣਦਾ ਹੈ ਕਿ ਭਾਵ ਜਿਸ ਚੀਜ਼ ਦੀ ਸਾਨੂੰ ਜਾਣਕਾਰੀ ਹੈ ਔਰ ਅਸੀਂ ਜਾਣਾ ਕਿਸ ਵੱਲ ਹੈ ਕਿ ਜਿਸ ਚੀਜ਼ ਦੀ ਸਾਨੂੰ ਜਾਣਕਾਰੀ ਨਹੀਂ ਹੈ। ਹੁਣ ਜੇਕਰ ਅਸੀਂ ਇੱਥੇ ਵਿਦਿਆਰਥੀ ਜਿਸ ਵੀ ਚੀਜ਼ ਦੇ ਬਾਰੇ ਵਿਦਿਆਰਥੀ ਦਾ ਗਿਆਤ ਹੈ ਉਹਨਾਂ ਨੂੰ ਗਿਆਨ ਹੈ ਅਗਰ ਅਸੀਂ ਉਸੇ ਚੀਜ਼ ਨੂੰ ਦੁਬਾਰਾ ਵਿਦਿਆਰਥੀਆਂ ਨੂੰ ਦੱਸਾਂਗੇ ਤਾਂ ਵਿਦਿਆਰਥੀ ਕੀ ਕਰਨਗੇ ਉਸ ਤੋਂ ਅਕੇਵਾਂ ਮਹਿਸੂਸ ਕਰਨਗੇ ਵਿਦਿਆਰਥੀ ਜਿਹੜਾ ਉਸ ਦੇ ਵੱਲ ਆਪਣੀ ਦਿਲਚਸਪੀ ਨਹੀਂ ਦਿਖਾਉਣਗੇ। ਪਰ ਜਦੋਂ ਅਸੀਂ ਵਿਦਿਆਰਥੀਆਂ ਤੋਂ ਉਹਨਾਂ ਦੇ ਗਿਆਨ ਜੋ ਉਹ ਜਾਣਦੇ ਨੇ ਉਹਨਾਂ ਦੇ ਬਾਰੇ ਸਹਿਮਤੀ ਲੈ ਕੇ ਕਿ ਵਿਦਿਆਰਥੀ ਹਾਂ ਇਸ ਦੇ ਬਾਰੇ ਤੁਹਾਨੂੰ ਪਤਾ ਹੈ ਜਾਂ ਇਸ ਦੇ ਬਾਰੇ ਉਹਨਾਂ ਨੂੰ ਪਤਾ ਹੈ ਅਸੀਂ ਉਸੇ ਨੂੰ ਆਧਾਰ ਮੰਨਦੇ ਹਾਂ ਉਹੀ ਲੜੀ ਨੂੰ ਅਸੀਂ ਅੱਗੇ ਤੋਰਦੇ ਹਾਂ ਉਸੇ ਲੜੀ ਨੂੰ ਅਸੀਂ ਅੱਗੇ ਤੋਰਦੇ ਹੋਏ ਕੀ ਕਰਦੇ ਹਾਂ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੀ ਜਾਂ ਉਪ ਵਿਸ਼ੇ ਦੀ ਜਿਹੜੀ ਸ਼ੁਰੂਆਤ ਕਰ ਦਿੰਦੇ ਹਾਂ ਵਿਦਿਆਰਥੀਆਂ ਦੀ ਸਹਿਮਤੀ ਲੈਂਦੇ ਹੋਏ। ਸੋ ਇਸ ਤਰ੍ਹਾਂ ਦੀ ਇਹ ਜਿਹੜਾ ਸੂਤਰ ਹੈ ਉਹ ਕੰਮ ਕਰਦਾ ਹੈ ਗਿਆਨ ਤੋਂ ਅਗਿਆਤ ਵੱਲ ਕਿ ਜਿਸ ਚੀਜ਼ ਦੀ ਸਾਨੂੰ ਜਾਣਕਾਰੀ ਹੈ ਉਸ ਚੀਜ਼ ਦੀ ਜਾਣਕਾਰੀ ਰੱਖਣਾ ਔਰ ਜਿਸ ਚੀਜ਼ ਦੀ ਜਾਣਕਾਰੀ ਨਹੀਂ ਹੈ ਉਹੀ ਜਾਣਕਾਰੀ ਨੂੰ ਜਿਹੜਾ ਉਹ ਅੱਗੇ ਵੱਲ ਵਧਾਉਣਾ। ਔਰ ਜਿਹੜਾ ਅਸੀਂ ਸਾਡਾ ਅਗਲਾ ਸੂਤਰ ਹੈ ਉਸ ਦੀ ਅਸੀਂ ਗੱਲ ਕਰੀਏ ਉਸ ਦੇ ਵਿੱਚ ਆਉਂਦਾ ਹੈ ਕਿ ਸਰਵ ਤੋਂ ਜਟਿਲ ਸਰਵ ਵਿਦਿਆਰਥੀਓ ਕਿਤੇ ਨਾ ਕਿਤੇ ਜਿਹੜੇ ਇਹ ਸੂਤਰ ਨੇ ਜਿਸ ਤਰ੍ਹਾਂ ਗਿਆਨ ਤੋਂ ਅਗਿਆਨਵਾਦ ਦੀ ਅਸੀਂ ਗੱਲ ਕੀਤੀ ਹੈ ਔਰ ਅਗਲਾ ਹੈ ਸਰਵ ਤੋਂ ਜਟਿਲ ਦੀ ਔਰ ਕਿਤੇ ਨਾ ਕਿਤੇ ਇਹ ਸੂਤਰ ਨੇ ਜਿਹੜੇ ਇੱਕ ਦੂਸਰੇ ਨਾਲ ਸੰਬੰਧਿਤ ਹੋ ਕੇ ਵੀ ਕਾਰਜ ਕਰਦੇ ਕਈ ਜਦੋਂ ਅਸੀਂ ਸੂਤਰ ਵਰਤਦੇ ਨੇ ਉਦੋਂ ਕੋਈ ਖਾਸ ਸਮਾਂ ਜਾਂ ਕਹਿ ਲਓ ਕਿ ਕੋਈ ਖਾਸ ਕਹਿ ਲਓ ਕਿ ਕਿਸੇ ਵਿਸ਼ੇ ਦੀ ਗੱਲ ਨਹੀਂ ਕਰਦੇ ਇਹ ਸਰਵ ਵਿਆਪਕ ਨੇ ਜਿਸ ਤਰ੍ਹਾਂ ਅਸੀਂ ਸੋਚਦੇ ਨੇ ਇਹਨਾਂ ਦੀ ਵਿਸ਼ੇਸ਼ਤਾ ਕੀ ਹੈ ਕਿ ਸਰਵ ਵਿਆਪਕ ਨੇ ਅਸੀਂ ਇਹਨਾਂ ਨੂੰ ਹਰ ਜਗ੍ਹਾ ਹਰ ਖੇਤਰ ਦੇ ਵਿੱਚ ਜਾਂ ਹਰ ਵਿਸ਼ਾ ਖੇਤਰ ਦੇ ਵਿੱਚ ਇਹਨਾਂ ਦੀ ਵਰਤੋਂ ਕਰਦੇ ਹਾਂ। ਔਰ ਅਸੀਂ ਇਸ ਦੇ ਵਿੱਚ ਤਾਂ ਅਸੀਂ ਗੱਲ ਕੀਤੀ ਕਿ ਗਿਆਨ ਤੋਂ ਅਗਿਆਤ ਦੇ ਵੱਲ ਜੋ ਅਸੀਂ ਜਾਣਦੇ ਹਾਂ ਉਸ ਤੋਂ ਅਗਲੀ ਜਾਣਕਾਰੀ ਲੈਣੀ ਹੈ ਭਾਵ ਜਾਂ ਜਿਸ ਚੀਜ਼ ਦੇ ਬਾਰੇ ਅਸੀਂ ਇੱਕ ਸੂਖਮ ਜਾਂ ਕਹਿ ਲਓ ਕਿ ਇੱਕ ਛੋਟੀ ਜਾਂ ਕਹਿ ਲਓ ਕਿ ਸੀਮਿਤ ਘੇਰੇ ਦੇ ਵਿੱਚ ਅਸੀਂ ਜਾਂ ਸੀਮਿਤ ਖੇਤਰ ਉਸ ਖੇਤਰ ਦੇ ਬਾਰੇ ਉਸ ਵਿਸ਼ੇ ਦੀ ਜਾਣਕਾਰੀ ਰੱਖਦੇ ਹਾਂ ਔਰ ਉਸ ਅਸੀਂ ਖੇਤਰ ਨੂੰ ਜਾਂ ਅਸੀਂ ਆਪਣੇ ਜਿਹੜਾ ਅਧਿਐਨ ਖੇਤਰ ਹੈ ਉਸ ਦੇ ਵਿੱਚ ਵਾਧਾ ਕਰਨਾ ਹੈ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਅਗਿਆਤ ਵੱਲ ਵਾਧਦੇ ਹਾਂ। ਉਸੇ ਤਰੀਕੇ ਦੇ ਨਾਲ ਜਾਂ ਉਸੇ ਨੂੰ ਅਸੀਂ ਮੁੱਖ ਰੱਖਦੇ ਹੋਏ ਅਗਲਾ ਜਿਹੜਾ ਸਾਡਾ ਸੂਤਰ ਉਹ ਕਿਸ ਤਰ੍ਹਾਂ ਕਾਰਜ ਕਰਦਾ ਉਹ ਕਿਹੜਾ ਸੂਤਰ ਹੈ ਉਹ ਹੈ ਜੀ ਸਰਵ ਤੋਂ ਜਟਿਲ ਦਾ ਭਾਵ ਸਰਵ ਮੀਨਸ ਸਪਸ਼ਟ ਸਾਦਾ ਸਧਾਰਨ ਜਟਿਲ ਮੀਨਸ ਕਿ ਜਟਿਲ ਹੁੰਦਾ ਕਿ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਗੁੰਝਲਦਾਰ ਤਾਂ ਨਹੀਂ ਕਹਿ ਸਕਦੇ ਹੈਗੇ ਕਿ ਥੋੜਾ ਸਪਸ਼ਟ ਨਹੀਂ ਹੁੰਦਾ ਸਧਾਰਨ ਨਹੀਂ ਹੁੰਦਾ ਜਿਸ ਦੇ ਵਿੱਚ ਕੁਝ ਮੋੜ ਕੁਝ ਉਸ ਦੇ ਫਾਰਮੂਲੇ ਜਾਂ ਉਸ ਦੀਆਂ ਕੁਝ ਕਹਿ ਲਓ ਕਿ ਉਸ ਦੇ ਵਿੱਚ ਕੁਝ ਨਾ ਕੁਝ ਹੈ ਜਿਹੜਾ ਗੁੰਝਲਦਾਰ ਭਾਵ ਕੁਝ ਨਾ ਕੁਝ ਉਸ ਦੇ ਵਿੱਚ ਛੁਪਿਆ ਹੁੰਦਾ ਹੈ ਸਧਾਰਨ ਤੌਰ ਤੇ ਸਾਨੂੰ ਅਸੀਂ ਸਿੱਧਾ ਉਸ ਨੂੰ ਨਹੀਂ ਵੇਖ ਸਕਦੇ ਜਾਂ ਸਿੱਧਾ ਉਸ ਦੇ ਬਾਰੇ ਜਾਣਕਾਰੀ ਨਹੀਂ ਲੈ ਸਕਦੇ। ਇਹ ਹੈਗਾ ਜੀ ਸਰਵ ਤੋਂ ਜਟਿਲ ਦੇ ਵੱਲ। ਇਸ ਦੇ ਵਿੱਚ ਹੁੰਦਾ ਕਿ ਪਹਿਲਾਂ ਜਿਹੜੇ ਤੱਤ ਹੁੰਦੇ ਨੇ ਕਈ ਗੱਲਾਂ ਨੂੰ ਅਸੀਂ ਤਾਂ ਸਧਾਰਨ ਜਾਣ ਲੈਂਦੇ ਹਾਂ ਕਿ ਹਾਂਜੀ ਇਹ ਗੱਲ ਤਾਂ ਅਸੀਂ ਸਿੱਧੇ ਤੌਰ ਤੇ ਅਸੀਂ ਕਿਸੇ ਚੀਜ਼ ਨੂੰ ਸਿੱਖ ਜਾਂਦੇ ਹਾਂ ਔਰ ਫਿਰ ਅਸੀਂ ਕੀ ਕਰਦੇ ਹਾਂ ਫਿਰ ਅਸੀਂ ਜੜਤ ਤੱਕ ਜਾਂਦੇ ਹਾਂ ਕਿ ਉਸ ਦੇ ਵਿੱਚ ਜੋ ਉਲਝਣਾ ਜਾਂ ਉਸ ਨੂੰ ਤੱਕ ਪਹੁੰਚਣ ਤੱਕ ਕੋਈ ਮੋੜ ਅਸੀਂ ਕਹਿ ਸਕਦੇ ਹਾਂ ਸਧਾਰਨ ਭਾਸ਼ਾ 'ਚ ਜਾਂ ਸਾਡੀ ਠੇਠ ਭਾਸ਼ਾ ਦੇ ਵਿੱਚ ਵੀ ਕਾਫੀ ਗੁੰਝਲਦਾਰ ਜਾਂ ਕਾਫੀ ਟੇਢਾ ਹੈ। ਸੋ ਉੱਥੇ ਅਸੀਂ ਇਹ ਸ਼ਬਦ ਹੈ ਜਿਹੜਾ ਖੇਡ ਭਾਸ਼ਾ ਦੇ ਜਿਹੜੇ ਸ਼ਬਦ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਸਮਝਾਉਣ ਦਾ ਯਤਨ ਕਰਦੇ ਹਾਂ ਕਿ ਜਿਸ ਤਰ੍ਹਾਂ ਗਿਆਨ ਤੋਂ ਅਸੀਂ ਗਿਆਤ ਵੱਲ ਜਾਂਦੇ ਹਾਂ ਕਿ ਗਿਆਨ ਭਾਵ ਜੋ ਸਪਸ਼ਟ ਹੈ ਜੋ ਸਿੱਧਾ ਹੈ ਜੋ ਸਾਨੂੰ ਪਤਾ ਹੈ ਜਿਸ ਦੇ ਬਾਰੇ ਵਿਦਿਆਰਥੀ ਜਾਣਦੇ ਹਨ ਜਾਂ ਜਿਸ ਖੇਤਰ ਦੀ ਵਿਦਿਆਰਥੀ ਜਾਣਕਾਰੀ ਰੱਖਦੇ ਹਨ। ਔਰ ਜਦੋਂ ਅਸੀਂ ਸਰਵ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਗਿਆਤ ਹੈ ਭਾਵ ਜੋ ਸਿੱਖਿਆ ਹੋਇਆ ਜਾਂ ਸਰਲ ਹੈ ਸਪਸ਼ਟ ਹੈ ਅਸੀਂ ਕਹਿੰਦੇ ਨੇ ਕਿ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੈ ਤਾਂ ਉਹਨਾਂ ਨੂੰ ਮਤਲਬ ਕਿਹਾ ਜਾਂਦਾ ਕਿ ਬਿਲਕੁਲ ਤਾਂ ਉੱਥੇ ਇਹੀ ਗੱਲ ਹੈ ਕਿ ਸਰਲ ਹੈ ਸਪਸ਼ਟ ਹੈ ਸਿੱਧਾ ਹੈ ਜਿਸ ਨੂੰ
बहुत सौखे तरीके दे नाल जां जो बिल्कुल साडे सामने कह लो कि एक साफ तौर ते सानू दिस रहा होंदा। जटिल ते भाव जो साफ नहीं दिस रहा, जिस दे विच कुछ ना कुछ असीं ठेठ भाषा का शब्द भी टेढ़ा है जां कुछ ना कुछ गुंझलदार है, जिसनूं सुलझाउणा पएगा, जिस दे बारे सानू जानकारी लैनी पएगी, जिसनूं सानू समझना पएगा, जिस दे लई सानू बहुत सारी उदाहरणां दी लोड़ पएगी, जिस दे लई सानू कोई ना कोई फार्मूले दी लोड़ पएगी। सो इस तरह जिहड़ा ज्ञात तो ज्ञात वाल भी उस तरीके नाल जाया जांदा ते सरल तो जटिल दे वाल भी। सो असीं अपने अगला जिहड़ा सूत्र है उस दी गल करिए, उस दे विच आउंदा है सौख तो औख वाल। सो विद्यार्थियों इसे तरह के सारे सूत्र ने जिहड़े एक दूसरे नाल मिलते हैं या एक दूसरे एक सूत्र को समझ के असीं दूसरे सूत्र को सौखी तरह समझ सकते हैं। अगला है सौख तो औख। सौख तो औख। सौख तो जो असीं औख वाल जाने हैं तो उदों यह सूत्र काम कर रहा होंगे सौख तो औख वाल कि जो विद्यार्थी है जो सौखा विषय होता है, जो सौखियां उदाहरणा होंदियां हैं, जो सौखे कह लो कि कहानियां होंदियां हैं जां कोई गणित के जिहड़े सवाल ने वो सौखे होंदे हैं, विद्यार्थी उसनूं बड़े तरीके कह लो कि सधारण लहजे सधारण तरीके दे नाल जां एक अपने लहजे दे नाल उसनूं बिल्कुल सधारण जान के जां उसनूं सौखा जान के उसनूं सीख लेंदे हैं। फिर असीं की करना है, असीं उन्हां नूं औख वाल लैके जाना है, भाव जिस चीज़ के बारे उन्हां नूं नहीं ज्ञान या जिस नूं वो औखा समझते हैं। जेकर असीं विद्यार्थियों नूं सौखा 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 ही सिखाते जावांगे तो विद्यार्थी ने जिहड़े वो अगे वाल नहीं वधणगे। वो जटिलता जो गुंझलदार उन्होंने सवाल ने जां जो जो उन्होंने एक कहो कि मानसिक वृत्ति है जिस दे विच वो उलझे हुए ने उसनूं सुलझा नहीं सकते, भाव उन्हां कोले प्रश्नां दे जवाब नहीं होणगे क्योंकि उन्होंने ज्ञान तो लिया ही नहीं, वो पहला अज्ञात वाल तो गए ही नहीं, वो कल ज्ञात वाल झाती मारी गए। सो नहीं, जां उन्होंने जटिलता के वाल तो ध्यान नहीं दिता, केवल ते केवल सरल दे वाल उन्होंने ध्यान दिता। सो अगला किहड़ा सौख, केवल ते केवल जो सौख दे वाल ही वधणगे तो वो औख वाल जो वधणगे नहीं तो ज्ञान प्राप्त नहीं कर सकते। सो अध्यापक है जिहड़ा पहला उन्होंने सौखा बिल्कुल स्पष्ट सरल तरीके दे नाल उन्होंने दसदा है और उन्होंने दे बारे जानकारी लैंदा है, फिर उन्होंने थोड़ा औखे पासे वाल लैके जांदा है, फिर उन्होंने थोड़ा लगता है कि भाव वो एक स्टैप के राही जां किसी इक्को तरीके दे नाल औख वाल नहीं जाया जांदा, हौली हौली कि भाव पहला जो विद्यार्थियों को सौखा लगता है, जो विद्यार्थी जिस दे विच दिलचस्पी लैंदे हैं, अध्यापक उस चीज़ के वाल पढ़ाउंदा है, उस चीज़ का ज्ञान दिंदा है और फिर उन्होंने थोड़ा औख वाल जिसनूं विद्यार्थियों को लगता है कि असीं नहीं सीख सकते जां असीं इसनूं किस तरीके नाल सीखांगे, भाव कदम दर कदम औख वाल जाता है। विद्यार्थी जो उसका ज्ञान प्राप्त कर लेते हैं उन्होंने ज्ञात हो जाता है तो वह फिर उन्होंने ज्ञात दे वाल अज्ञात दे वाल किवें लैके जाना है, कदम दर कदम, फिर उन्होंने औखा एक स्टैप फिर दूसरा स्टैप, फिर उन्होंने उस चीज़ का ज्ञान है जिहड़ा हो जाता है और फिर उन्होंने यही चीज़ है जिहड़ी इस आप पोजीशन दे विच आ जाती है, उन्होंने लगता है कि ज्ञात असीं इस बारे जानते हैं, इस ते सिੱਖਿਆ होया है ਜਾਂ इस तरह इस दे बारे ढुगाई दे विच दस सकते हैं ਜਾਂ ढुगाई दे नाल इस दे उपर काम कर सकते हैं। सो इस तरीके दे नाल की हुंदा कि अध्यापक है जिहड़ा भावें वो अपनी कोई जुगत लावे जां अपनी कोई विधि ਉਹਦੇ ਕੋਲ खेड विधि हो सकती है, ਉਹਦੇ ਕੋਲ समस्या हल विधि हो सकती है, ਉਹਦੇ ਕੋਲ लैक्चर विधि हो सकती है, ਉਹਦੇ ਕੋਲ व्याख्या विधि हो सकती है। बहुत सारे ढंगां दे नाल ਜਾਂ बहुत सारियां जुगतां दे नाल ਜਿਹੜਾ अध्यापक है वो विद्यार्थियों ਨੂੰ ਸਿਖਾਉਣ ਲਈ कोशिश करता रहेगा ਜਾਂ कर रहा है। सो ਉਸ ਦੇ ਨਾਲ ਕੀ ਹੁੰਦਾ ਕਿ ਜਿਹੜੇ ਵਿਦਿਆਰਥੀ ਨੇ ਉਹ ਕਿਤੇ ਨਾ ਕਿਤੇ ਕੀ ਹੈ वो ਸਿੱਖਦੇ ਜਾਂਦੇ ਨੇ, ਜੋ ਉਹਨਾਂ ਨੂੰ ਅੱਜ ਔਖਾ ਲੱਗਦਾ ਤਾਂ ਕੱਲ ਉਹਨਾਂ ਲਈ ਉਹੀ ਚੀਜ਼ ਸੌਖੀ ਬਣ ਜਾਂਦੀ ਹੈ, ਉਹ ਚੀਜ਼ सरल हो जाती है, वही चीज़ ज्ञात हो जाती है, वही चीज़ जो अज औख महसूस कर रहे हैं तो जो सीख जाते हैं तो उन्होंने की लगता कि ये चीज़ तो असं सीख चुके हैं या इस चीज़ के बारे सानू जानकारी है, सानू अगली चीज़ या इसके होर संबंध के जो वो दसिया जाए। और इस अगली अपनी गल करिए तो अगले सूत्र की उस दे विच आउंदा सफल तो सूखम।
सथुल तो सूक्ष्म। जो चौथा सूत्र है वो है सथुल। सथुल तो सूक्ष्म। ਹੁਣ ਸਤਵ ਤੋਂ ਜਦੋਂ ਸੂਖਮ ਦੇ ਵੱਲ ਜਾਣਾ ਸੀ, ਸੂਖਮ ਭਾਵ ਬਰੀਕੀਆਂ ਦੇ ਵਿੱਚ ਜਾਣਾ, ਡੂੰਘਾਈ ਦੇ ਵਿੱਚ ਜਾਣਾ, ਤਾਂ ਉਦੋਂ ਹੁੰਦਾ ਕਿ ਜਿਸ ਚੀਜ਼ ਦੇ ਬਾਰੇ ਅਸੀਂ ਗਿਆਨ ਨਹੀਂ ਰੱਖਦੇ ਜਾਂ ਜਿੰਨੀ ਡੂੰਘਾਈ ਦੇ ਵਿੱਚ ਅਸੀਂ ਨਹੀਂ ਜਾਣ ਸਕਦੇ, ਅਸੀਂ ਭਾਵ ਕਿ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਅਧਿਆਪਕ ਦੇ ਦੁਆਰਾ ਪੜ੍ਹਾਇਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਪੜ੍ਹਾਇਆ ਜਾਂਦਾ ਔਰ ਸਾਨੂੰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਜੋ ਵੀ ਯਾਦਦਾਸ਼ਤਾਂ ਨੇ ਉਹਨਾਂ ਦੀਆਂ, ਭਾਵੇਂ ਉਹ ਖਾਲਸਾ ਪੰਥ ਦੀ ਸਾਜਨਾ ਦੀ ਗੱਲ ਹੋਵੇ, ਉਹ ਸਾਨੂੰ ਸਾਡੇ ਇਤਿਹਾਸ ਦੇ ਵਿੱਚੋਂ ਜਾਂ ਸਾਡੇ ਪੰਜਾਬੀ ਦੇ ਵਿਸ਼ੇ ਦੇ ਵਿੱਚੋਂ ਸਾਨੂੰ ਪੜ੍ਹਾਇਆ ਜਾਂਦਾ। ਸੋ ਬੜੇ ਤਰੀਕੇ ਨੇ, ਪਰ ਉਸ ਤੋਂ ਬਾਅਦ ਅਸੀਂ ਹੋਰ ਅੱਗੇ ਵੱਲ ਵਧਦੇ ਹਾਂ, ਸੂਖਮਤਾ ਦੇ ਵੱਲ ਵਧਦੇ ਹਾਂ। ਕਿਤੇ ਨਾ ਕਿਤੇ ਜਿਹੜਾ ਕਵੀ ਹੈ, ਜਦੋਂ ਅਸੀਂ ਕਾਵਿ ਪੜ੍ਹਦੇ ਹਾਂ ਤਾਂ ਉਦੋਂ ਕਈ ਵਾਰੀ ਗੁਰੂ ਸਾਹਿਬ ਦੇ ਸੁਭਾਅ ਦੇ ਬਾਰੇ, ਉਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਡੂੰਘਾਈ ਦੇ ਬਾਰੇ ਅਸੀਂ ਜਾਣਦੇ ਹਾਂ। ਭਾਵ ਸਤੁਲ ਜੋ ਸਾਡੇ ਸਾਹਮਣੇ ਹੈ, ਸਤੁਲ ਜੋ ਸਥਾਈ ਵੀ ਹੋ ਸਕਦਾ, ਕਿਤੇ ਇਹਨੂੰ ਅਸੀਂ ਸਿੱਧੇ ਤੌਰ ਤੇ ਸਥਾਈ ਸ਼ਬਦ ਇੱਥੇ ਨਹੀਂ ਵਰਤ ਸਕਦੇ। ਸਤੁਲ ਜੋ ਸਾਡੇ ਸਾਹਮਣੇ ਆ ਗਿਆ, ਜੋ ਅਸੀਂ ਸਾਹਮਣੇ ਵੇਖ ਲਿਆ ਜਾਂ ਜਿਸ ਦੇ ਬਾਰੇ ਅਸੀਂ ਜਾਣਕਾਰੀ ਲੈ ਲਈ ਜਾਂ ਜੋ ਚੱਲ ਰਿਹਾ, ਜੋ ਲਗਾਤਾਰ ਅਸੀਂ ਸਿੱਖ ਰਹੇ ਹਾਂ। ਸੂਖਮਤਾ ਦੇ ਵੱਲ ਕਿ ਉਸ ਚੀਜ਼ ਦੀ ਡੂੰਘਾਈ ਦੇ ਵੱਲ ਜਾਣਾ ਹੈ, ਉਸ ਨੂੰ ਬਰੀਕੀ ਦੇ ਵਿੱਚ ਜਾਣਨਾ, ਉਸ ਦਾ ਅਭਿਆਸ ਕਰਨਾ ਜਾਂ ਉਸ ਦਾ ਅਨੁਭਵ ਲੈਣਾ, ਉਸ ਚੀਜ਼ ਦੇ ਵੱਲ ਅਸੀਂ ਵਧਣਾ ਹੈ। ਕਿ ਅਸੀਂ ਸਿੱਧੇ ਤੌਰ ਤੇ ਅਸੀਂ ਕਿਸੇ ਨੂੰ ਸੂਖਮਤਾ ਦੇ ਬਾਰੇ ਅਸੀਂ ਕਿਸੇ ਖੇਤਰ ਦੀ ਜਾਂ ਕਿਸੇ ਵਿਸ਼ੇ ਦੀ ਜਾਂ ਕਿਸੇ ਕਾਰਜ ਦੀ ਸੂਖਮਤਾ ਦੇ ਬਾਰੇ ਨਹੀਂ ਜਾਣ ਸਕਦੇ। ਉਸ ਤੋਂ ਪਹਿਲਾਂ ਸਾਨੂੰ ਸਫਲ ਤੇ ਅਸੀਂ ਪਹੁੰਚੇ ਹੁੰਦੇ ਹਾਂ, ਫਿਰ ਅਸੀਂ ਸੂਖਮਤਾ ਦੇ ਵੱਲ ਵਧਦੇ। ਅਗਰ ਅਸੀਂ ਸਧਾਰਨ ਗੱਲ ਕਰੀਏ ਕਿ ਅਸੀਂ ਕਿਸੇ ਵਿਅਕਤੀ ਦਾ ਨਾਮ ਤੱਕ ਨਹੀਂ ਜਾਣਦੇ ਹੋਈਏ ਤਾਂ ਅਸੀਂ ਗੱਲ ਕਰੀਏ ਕਿ ਅਸੀਂ ਉਸ ਦੇ ਸੁਭਾਅ ਬਾਰੇ ਜਾਣਦੇ ਨਹੀਂ। ਅਸੀਂ ਪਹਿਲਾਂ ਵਿਅਕਤੀ ਦਾ ਨਾਮ, ਫਿਰ ਉਹਨਾਂ ਦੇ ਸ਼ਹਿਰ ਦਾ ਨਾਮ, ਫਿਰ ਉਹਦੀ ਕੁਆਲੀਫਿਕੇਸ਼ਨ, ਫਿਰ ਉਹਦਾ ਕੰਮ ਕਰਨ ਦਾ ਖੇਤਰ, ਫਿਰ ਅਸੀਂ ਉਹਦੇ ਸੁਭਾਅ ਬਾਰੇ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਉਸ ਵਿਅਕਤੀ ਦੇ ਨਾਮ ਨਹੀਂ ਜਾਣਦੇ, ਅਸੀਂ ਉਸ ਵਿਅਕਤੀ ਦਾ ਕੋਈ ਪਤਾ ਨਹੀਂ ਜਾਣਦੇ ਔਰ ਅਸੀਂ ਉਸ ਵਿਅਕਤੀ ਦਾ ਕੋਈ ਕਹਿ ਲਓ ਕਿ ਕੋਈ ਵਿਸ਼ਾ ਖੇਤਰ ਨਹੀਂ ਜਾਣਦੇ ਕਿ ਜਿਸ ਖੇਤਰ ਦੇ ਵਿੱਚ ਉਹਨੇ ਕਾਰਜ ਕੀਤਾ, ਪਰ ਅਸੀਂ ਉਸਦੇ ਸੁਭਾਅ ਬਾਰੇ ਜਾਣਨਾ ਚਾਹੁੰਦੇ ਹਾਂ। ਤਾਂ ਇਹ ਕੀ ਹੋਏਗਾ? ਤਾਂ ਇਹ ਸਿੱਖਣਾ ਪੂਰਨ ਨਹੀਂ ਹੋਏਗਾ, ਅਪੂਰਨ ਸਿੱਖ ਸਕਾਂਗੇ। ਅਸੀਂ ਕੀ ਕਰਦੇ ਹਾਂ ਕਿ ਪਹਿਲਾਂ ਸਤੁਲ ਦੇ ਬਾਰੇ ਜਾਣਦੇ ਹਾਂ, ਫਿਰ ਉਹਦੀਆਂ ਬਰੀਕੀਆਂ ਦੇ ਬਾਰੇ ਜਾਣਦੇ ਹਾਂ, ਫਿਰ ਉਸ ਨੂੰ ਡੂੰਘਾਈ ਦੇ ਵੱਲ ਪੜ੍ਹਦੇ ਹਾਂ ਔਰ ਫਿਰ ਕਹਿ ਲਓ ਕਿ ਉਸ ਦਾ ਅਨੁਭਵ, ਉਹਦਾ ਫਿਰ ਸਾਨੂੰ ਅਨੁਭਵ ਹੁੰਦਾ ਕਿ ਸੂਖਮਤਾ ਦਾ ਅਨੁਭਵ ਹੁੰਦਾ, ਉਹਦੀਆਂ ਬਰੀਕੀਆਂ ਦੇ ਬਾਰੇ ਗਿਆਨ ਹੁੰਦਾ। ਫਿਰ ਸਾਡੇ ਅੰਦਰ ਨਵੇਂ ਪ੍ਰਸ਼ਨਾਂ ਦੀ ਉਪਜ ਹੁੰਦੀ ਹੈ ਸੂਖਮਤਾ ਨੂੰ ਲੈ ਕੇ, ਉਹਦੀਆਂ ਬਰੀਕੀਆਂ ਨੂੰ ਲੈ ਕੇ। ਜਿੱਥੋਂ ਕਿਤੇ ਨਾ ਕਿਤੋਂ ਸਾਡੇ ਦਿਮਾਗ ਦੇ ਵਿੱਚ ਜਾਂ ਸਧਾਰਨ ਅਸੀਂ ਕਹਿ ਲਈਏ ਕਿ ਇੱਕ ਖੋਜ ਦਾ ਨਿਰਮਾਣ ਹੁੰਦਾ ਸਾਡੇ ਅੰਦਰ, ਜਾਂ ਇੱਕ ਖੋਜ ਰੂਪੀ ਜਿਹੜੀ ਸੋਚ ਹੈ ਉਹ ਸਾਡੇ ਅੰਦਰ ਜਿਹੜੀ ਉਪਜ ਜਾਂਦੀ ਹੈ। ਉਹ ਜਿਹੜੀ ਸੋਚ ਹੈ ਉਹਦੇ ਨਾਲ ਸਾਡੇ ਅੰਦਰ ਅਨੇਕਾਂ ਸਵਾਲ ਪੈਦਾ ਹੁੰਦੇ ਨੇ। ਉਹ ਸਵਾਲ ਜਦੋਂ ਵਿਦਿਆਰਥੀਆਂ ਦੇ ਪੈਦਾ ਹੁੰਦੇ ਨੇ ਤਾਂ ਉਹਨਾਂ ਦਾ ਉਹ ਜਵਾਬ ਲੈਣ ਲਈ ਆਪਣੇ ਅਧਿਆਪਕ ਕੋਲ ਜਾਂਦੇ ਨੇ, ਜਿਨ੍ਹਾਂ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਇੱਕ ਕਹਿ ਲਓ ਕਿ ਇੱਕ ਅੱਛੇ ਗਿਆਨ ਦੀ ਜਾਂ ਕਹਿ ਲਓ ਕਿ ਇੱਕ ਜਿਹੜਾ ਕਹਿ ਲਓ ਕਿ ਅਗਾਂਹ ਵਧੂ ਜਿਹੜਾ ਗਿਆਨ ਹੈ ਉਹਦੀ ਜਿਹੜੀ ਪ੍ਰਾਪਤੀ ਹੁੰਦੀ ਹੈ, ਜਾਂ ਵਿਦਿਆਰਥੀ ਨੇ ਜਿਹੜਾ ਉਸ ਖੇਤਰ ਦੇ ਵੱਲ ਡੂੰਘਾਈ ਦੇ ਨਾਲ ਜਾਂ ਸੂਖਮ ਤਰੀਕੇ ਦੇ ਨਾਲ ਸਿੱਖ ਸਕਦੇ ਨੇ। ਔਰ ਅਸੀਂ ਆਪਣੇ ਅਗਲਾ ਜੋ ਸਾਡਾ ਅਧਿਆਪਨ ਸੂਤਰ ਹੈ ਉਸ ਦੀ ਗੱਲ ਕਰੀਏ, ਉਸ ਦੇ ਵਿੱਚ ਆਉਂਦਾ ਕਿ ਵਾਸਤਵਿਕ ਤੋਂ ਪ੍ਰਤੀਰੂਪ। ਵਾਸਤਵਿਕ ਤੋਂ ਪ੍ਰਤੀਰੂਪ। ਹੁਣ ਅਸੀਂ ਇੱਥੇ ਵਾਸਤਵਿਕਤਾ ਦੀ ਗੱਲ ਕਰੀਏ। ਵਾਸਤਵਿਕ ਤੋਂ ਪ੍ਰਤੀਰੂਪ। ਵਾਸਤਵਿਕ ਤੋਂ ਅਸੀਂ ਪ੍ਰਤੀਰੂਪ ਦੇ ਵੱਲ ਕਿਵੇਂ ਵਧਦੇ ਹਾਂ, ਜਾਂ ਇੱਕ ਅਧਿਆਪਨ ਦੇ ਵਿੱਚ ਜਿਹੜਾ ਵਾਸਤਵਿਕ ਤੋਂ ਪ੍ਰਤੀਰੂਪ ਵੱਲ ਕਿਵੇਂ ਜਾਇਆ ਜਾ ਸਕਦਾ ਹੈ,
ਉਸ ਦੇ ਵਿੱਚ ਵਾਸਤਵਿਕ ਕਿ ਜੋ ਵਾਸਤਵਿਕਤਾ ਜਿਹੜਾ ਜਿਸ ਦਾ ਆਧਾਰ ਹੁੰਦੀ ਹੈ ਕਿ ਜਿਸ ਦੇ ਬਾਰੇ ਅਸੀਂ ਜੋ ਸਾਡੇ ਸਾਹਮਣੇ ਹੁੰਦਾ ਹੈ ਜਾਂ ਜਿਸ ਦੇ ਬਾਰੇ ਅਸੀਂ ਜਾਣਕਾਰੀ ਰੱਖਦੇ ਹਾਂ ਜਾਂ ਜਿਸ ਦੇ ਬਾਰੇ ਅਸੀਂ ਜਾਣ ਸਕਦੇ ਹਾਂ। ਔਰ ਪ੍ਰਤੀਰੂਪ ਦੇ ਬਾਰੇ ਅਸੀਂ ਜਾਣਨਾ ਹੈ, ਵੇਖਿਆ ਨਹੀਂ, ਉਸ ਦਾ ਇੱਕ ਰੂਪ ਦੇਖਣਾ ਹੈ। ਪ੍ਰਤੀਰੂਪ ਉਸ ਦਾ ਇੱਕ ਰੂਪ ਦੇਖਣਾ ਹੈ। ਉਸ ਦੇ ਬਾਅਦ ਅਸੀਂ ਲਈਏ ਕਿ ਵਾਸਤਵਿਕ ਰੂਪ ਆ ਜਿਹੜਾ ਉਹਦਾ, ਉਸ ਤੋਂ ਅਸੀਂ ਪ੍ਰਤੀਰੂਪ ਦੇ ਬਾਰੇ ਜਾਣਨਾ ਹੈ। ਅਸੀਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਾਂ ਹਰਿਮੰਦਰ ਸਾਹਿਬ ਦੇ ਬਾਰੇ, ਅਕਾਲ ਤਖਤ ਸਾਹਿਬ ਬਾਰੇ, ਜਲਿਆਂਵਾਲੇ ਬਾਗ ਦੇ ਬਾਰੇ, ਦਿੱਲੀ ਦੇ ਲਾਲ ਕਿਲੇ ਦੇ ਬਾਰੇ, ਬਹੁਤ ਸਾਰੀਆਂ ਸਾਡੀਆਂ ਇਤਿਹਾਸ ਦੀਆਂ ਹੈਗੀਆਂ, ਜਾਂ ਅਸੀਂ ਕਿਸੇ ਜੋ ਸਾਡਾ ਚੱਲ ਰਿਹਾ ਅਸੀਂ ਕਿਸੇ ਕ੍ਰਿਕਟ ਮੈਚ ਦੇ ਬਾਰੇ ਪੜ੍ਹਾ ਰਹੇ ਹਾਂ, ਜਾਂ ਵਿਦਿਆਰਥੀਆਂ ਨੂੰ ਅਸੀਂ ਦੱਸ ਰਹੇ ਹਾਂ ਕਿ ਵਿਦਿਆਰਥੀਓ ਤੁਸੀਂ ਕੋਈ ਅੱਖੀਂ ਦੇਖੇ ਮੈਚ ਦੀ ਸਾਨੂੰ ਇੱਕ ਲਿਖਤ ਜਾਂ ਕੋਈ ਨੋਟ ਸਾਨੂੰ ਦਿਓ, ਜਾਂ ਕੋਈ ਆਪਣੇ ਸ਼ਬਦਾਂ ਦੇ ਵਿੱਚ ਕਿਸੇ ਅੱਖੀਂ ਡਿੱਠੇ ਕੋਈ ਘਟਨਾ ਦਾ, ਕੋਈ ਦੁਰਘਟਨਾ ਦਾ, ਜਾਂ ਕਹਿ ਲਓ ਕਿ ਕੋਈ ਤੁਸੀਂ ਮੈਚ ਵੇਖਿਆ, ਜਾਂ ਤੁਸੀਂ ਕੋਈ ਮੇਲਾ ਵੇਖਿਆ, ਜਾਂ ਤੁਸੀਂ ਕਿਸੇ ਹਿਸਟੋਰੀਕਲ ਜਾਂ ਕਿ ਇਤਿਹਾਸਕ ਜਗ੍ਹਾ ਤੇ ਗਏ ਹੋ, ਉਸ ਦੇ ਬਾਰੇ ਸਾਨੂੰ ਲਿਖ ਕੇ ਦਿਓ। ਤਾਂ ਵਿਦਿਆਰਥੀ ਕੀ ਕਰਨਗੇ ਕਿ ਆਪਣੀ ਕਲਪਨਾ ਦੇ ਨਾਲ ਜਾਂ ਤਾਂ ਵਿਦਿਆਰਥੀਆਂ ਨੂੰ ਪਹਿਲਾਂ ਦੱਸਿਆ ਜਾਏਗਾ, ਉਹਨਾਂ ਨੂੰ ਪੜ੍ਹਾਇਆ ਜਾਏਗਾ, ਆਪਣੀ ਜਾਂ ਉਹਨਾਂ ਨੂੰ ਪੜ੍ਹਨ ਲਈ ਕਿਹਾ ਗਿਆ ਹੋਵੇਗਾ, ਉਸ ਨੂੰ ਦੇਖਦੇ ਹੋਏ ਉਸ ਨੂੰ ਕਾਪੀ ਕਰ ਲੈਣਗੇ ਵਿਦਿਆਰਥੀ। ਸੋ ਕਈ ਵਾਰ ਅਜਿਹਾ ਵੀ ਕੀਤਾ ਜਾ ਸਕਦਾ ਕਿ ਵਿਦਿਆਰਥੀਆਂ ਨੂੰ ਪਹਿਲਾਂ ਕੋਈ ਨਾ ਕੋਈ ਜਿਹੜਾ ਮੈਚ ਉਹ ਦਿਖਾ ਦਿੱਤਾ ਜਾਵੇ, ਜਾਂ ਵਿਦਿਆਰਥੀਆਂ ਨੂੰ ਕਿਸੇ ਇਤਿਹਾਸਕ ਜਗ੍ਹਾ ਤੇ ਲਿਜਾਇਆ ਜਾਵੇ, ਔਰ ਉੱਥੇ ਆਉਣ ਤੋਂ ਬਾਅਦ ਅਸੀਂ ਵਿਦਿਆਰਥੀਆਂ ਨੂੰ ਇਹ ਕਿਹਾ ਜਾਂਦਾ ਕਿ ਵਿਦਿਆਰਥੀਓ ਅਸੀਂ ਇਸ ਜਗ੍ਹਾ ਤੇ ਇਤਿਹਾਸਕ ਜਗ੍ਹਾ ਤੇ ਜੋ ਜਾ ਕੇ ਆਏ ਹਾਂ ਪਿਛਲੇ ਦਿਨ, ਤੁਸੀਂ ਉਸ ਦੇ ਬਾਰੇ ਜੋ ਅਸੀਂ ਭ੍ਰਮਣ ਕੀਤਾ ਉੱਥੇ ਸੈਰ ਕੀਤੀ ਹੈ ਜਾਂ ਅਸੀਂ ਉੱਥੋਂ ਵੇਖਣ ਗਏ ਹਾਂ, ਉਸ ਦੇ ਬਾਰੇ ਤੁਸੀਂ ਆਪਣੇ ਸ਼ਬਦਾਂ 'ਚ ਲਿਖੋ ਕਿ ਤੁਸੀਂ ਕਿਸ ਤਰ੍ਹਾਂ ਕਿਵੇਂ ਉਸ ਦੇ ਬਾਰੇ ਦੇਖਿਆ ਜਾਂ ਕਿਵੇਂ ਗਏ, ਉਹਨੂੰ ਆਪਣੇ ਸ਼ਬਦਾਂ 'ਚ ਲਿਖੋ। ਤਾਂ ਵਿਦਿਆਰਥੀਆਂ ਦਾ ਉੱਥੇ ਆਪਣਾ ਅਨੁਭਵ ਹੋਏਗਾ, ਵਿਦਿਆਰਥੀਆਂ ਨੇ ਉਹ ਚੀਜ਼ ਉਹਦਾ ਪ੍ਰਤੀਰੂਪ ਵਾਸਤਵਿਕਤਾ ਤੋਂ ਪ੍ਰਤੀਰੂਪ ਦੇ ਵੱਲ ਵਧ ਰਹੇ। ਸੋ ਇਸ ਤਰ੍ਹਾਂ ਜਿਹੜਾ ਇਹ ਸਿੱਖਿਆ ਸੂਤਰ ਹੈ ਅਧਿਆਪਨ ਦਾ, ਉਹ ਇਸ ਤਰੀਕੇ ਦੇ ਨਾਲ ਉਹ ਕਾਰਜ ਕਰਦੇ ਨੇ ਕਿ ਗਿਆਤ ਤੋਂ ਅਗਿਆਤ ਵੱਲ, ਜੋ ਅਸੀਂ ਸਿੱਖਿਆ ਨਹੀਂ, ਜੋ ਅਸੀਂ ਨਹੀਂ ਜੋ ਅਸੀਂ ਸਿੱਖਣਾ ਹੈ, ਜਿਸ ਬਾਰੇ ਅਸੀਂ ਨਹੀਂ ਸਿੱਖ ਸਕੇ, ਉਸ ਦੇ ਵੱਲ ਸਿੱਖਣ। ਅਗਲਾ ਹੈ ਸਰਲ ਤੋਂ ਜਟਿਲ ਭਾਵ ਇੱਕ ਸਾਡੇ ਕੋਲ ਕੋਈ ਚੀਜ਼ ਸਿੰਪਲੀ ਸਧਾਰਨ ਸਾਡੇ ਸਾਹਮਣੇ ਹੈ, ਕਿ ਜਟਿਲ ਕਿ ਥੋੜੀ ਉਸ ਦੇ ਵਿੱਚ ਗੁੰਝਲਦਾਰੀ ਹੈ, ਉਸ ਦੇ ਉੱਪਰ ਕੋਈ ਪਰਦਾ ਹੈ, ਜਾਂ ਉਸ ਦੇ ਵਿੱਚੋਂ ਕੁਝ ਨਾ ਕੁਝ ਸੁਲਝਾਉਣਾ ਹੈ। ਅਗਲਾ ਹੈ ਸੌਖ ਤੋਂ ਔਖ, ਜਿਹੜਾ ਕਿ ਪਹਿਲਾਂ ਅਸੀਂ ਸੌਖੇ ਬਾਰੇ ਫਿਰ ਕਦਮ ਦਰ ਕਦਮ ਔਖੇ ਵੱਲ ਵਧਦੇ। ਉਸੇ ਤਰ੍ਹਾਂ ਸਫਲ ਤੋਂ ਸੁਖਮ ਕਿ ਭਾਵ ਸਫਲ ਤੋਂ ਭਾਵ ਜੋ ਆਮ ਹੈ, ਸੁਖਮ ਮੀਨਸ ਕਿ ਜਿਸ ਦੇ ਬਾਰੇ ਅਸੀਂ ਡੂੰਘਾਈ ਦੇ ਵਿੱਚ ਬਰੀਕੀਆਂ ਦੇ ਵਿੱਚ ਜਾਣਨਾ ਹੈ। ਔਰ ਅਸੀਂ ਆਪਣੀ ਅਗਲੀ ਗੱਲ ਕਰੀਏ ਵਾਸਤਵਿਕ ਤੋਂ ਪ੍ਰਤੀਰੂਪ, ਭਾਵ ਕਿ ਅਸੀਂ ਤਾਂ ਉਸ ਚੀਜ਼ ਦਾ ਰੂਪ ਵੇਖਣਾ ਹੈ, ਅਸੀਂ ਤਾਂ ਉਹ ਚੀਜ਼ ਵਾਪਰਦੀ ਵੇਖਣੀ ਹੈ, ਅਸੀਂ ਤਾਂ ਉਹ ਚੀਜ਼ ਸਾਹਮਣੇ ਵੇਖਣੀ ਹੈ, ਉਸ ਦੇ ਜੋ ਖੁਦ ਦੇ ਅਨੁਭਵ ਹੋਣਗੇ ਉਸ ਨੂੰ ਅਸੀਂ ਸਿੱਖਣ ਨੂੰ ਲੈ ਕੇ ਚੱਲਾਂਗੇ। ਜਿਸ ਤਰ੍ਹਾਂ ਅਸੀਂ ਇੱਕ ਉਦਾਹਰਨ ਦੇ ਤੌਰ ਤੇ ਲੈਂਦੇ ਹਾਂ ਕਿ ਅਸੀਂ ਕ੍ਰਿਕਟ ਮੈਚ ਦਾ ਅੱਖੀਂ ਡਿੱਠਾ ਹਾਲ ਦੇਖਣਾ, ਤਾਂ ਅਸੀਂ ਪੜ੍ਹਿਆ ਪੜ੍ਹਾਇਆ ਜਾਂ ਕਿਤਾਬ ਦੇ ਵਿੱਚ ਜੋ ਲਿਖਿਆ ਉਹਨੂੰ ਕਾਪੀ ਨਹੀਂ ਕਰਨਾ, ਅਸੀਂ ਖੁਦ ਵਿਦਿਆਰਥੀਆਂ ਨੂੰ ਆਪਣੇ ਨਾਲ ਲਿਜਾ ਕੇ ਕ੍ਰਿਕਟ ਦਿਖਾਉਣਾ ਹੈ, ਜਾਂ ਫੁੱਟਬਾਲ ਮੈਚ, ਕੁਝ ਕਬੱਡੀ ਮੈਚ, ਕੁਝ ਵੀ ਹੋ ਸਕਦਾ ਹੈ, ਔਰ ਫਿਰ ਉਹਨਾਂ ਦੇ ਅਨੁਭਵ ਨੇ ਜਿਹੜੇ, ਜਾਂ ਉਹਨਾਂ ਦਾ ਜਿਹੜਾ ਉੱਥੇ ਉਹਨਾਂ ਨੇ ਦੇਖਿਆ, ਉਸ ਜੋ ਅਸੀਂ ਉਹਨਾਂ ਤੋਂ ਦਿਖਾਉਣਾ ਚਾਹੁੰਦੇ ਸੀ ਜਾਂ ਜੋ ਅਸੀਂ ਸਿਖਾਉਣਾ ਚਾਹੁੰਦੇ ਸੀ, ਉਹ ਵਿਦਿਆਰਥੀਆਂ ਨੇ ਆਪਣੇ ਅਨੁਭਵ ਦੇ ਨਾਲ ਜਾਂ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਕਹਿ ਲਓ ਕਿ ਇੱਕ ਉਹਨਾਂ ਦੇ ਆਪਣੀ ਸ਼ੈਲੀ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਸਾਨੂੰ ਲਿਖ ਕੇ ਦਿੱਤਾ, ਤਾਂ ਵਿਦਿਆਰਥੀ ਸਹਿਜ ਸੁਭਾਅ ਉਸ ਚੀਜ਼ ਨੂੰ ਸਿੱਖ ਗਏ। ਉਹ ਵਾਸਤਵਿਕ ਤੋਂ ਪ੍ਰਤੀਰੂਪ ਦੇ ਵੱਲ ਸੀ ਜਿਹੜਾ ਉਹ ਸਿੱਖਣਾ ਹੋ ਗਿਆ। ਸੋ ਇਸ ਤਰ੍ਹਾਂ ਵਿਦਿਆਰਥੀ ਨੂੰ ਇਹ ਜਿਹੜੇ ਮੁੱਖ ਸੂਤਰ ਨੇ ਅਧਿਆਪਨ ਦੇ, ਇਹਨਾਂ ਦੇ ਜੋ ਬਾਕੀ ਸੂਤਰ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਅਸੀਂ ਲਗਾਤਾਰ ਜਿਹੜੀ ਗੱਲਬਾਤ ਹੈ ਆਪਣੀ, ਜਾਂ ਉਹਨਾਂ ਦੇ ਬਾਰੇ ਜੋ ਸਿੱਖਣਾ ਹੈ ਜਾਂ ਉਸ ਦੇ ਬਾਰੇ ਜੋ ਦੱਸਣਾ ਹੈ, ਉਹਨਾਂ ਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ। ਸੋ ਅਸੀਂ ਇਹਨਾਂ ਨੂੰ ਇੱਕ ਕਹਿ ਲਓ ਕਿ ਆਪਣੇ ਵੰਡ ਕੇ ਆਪਣੇ ਲੈਕਚਰ
ਪਹਿਲੀ ਇਹਨਾਂ ਦੀ ਵਿਆਖਿਆ ਕਰ ਰਹੇ ਹਾਂ ਔਰ ਜਾਂ ਇਹਨਾਂ ਦੇ ਬਾਰੇ ਸਿੱਖ ਰਹੇ ਹਾਂ। ਸੋ ਵਿਦਿਆਰਥੀਓ, ਇਹ ਸੀ ਸਾਡੇ ਜਿਹੜੇ 5 ਜਿਨ੍ਹਾਂ ਦੇ ਬਾਰੇ ਅਸੀਂ ਅੱਜ ਜਿਹੜੀ ਵਿਚਾਰਾਂ ਕੀਤੀਆਂ ਨੇ ਔਰ ਜਿਹੜੇ ਬਾਕੀ ਮੁੱਖ ਅਧਿਆਪਨ ਸੂਤਰ ਨੇ ਉਹਨਾਂ ਦੇ ਬਾਰੇ ਅਸੀਂ ਆਪਣੇ ਅਗਲੇ ਲੈਕਚਰ ਦੇ ਵਿੱਚ ਜਿਹੜਾ ਵਿਚਾਰ ਜਾਰੀ ਰੱਖਾਂਗੇ। ਸੋ ਅੱਜ ਲਈ ਇੰਨਾ ਹੀ, ਧੰਨਵਾਦ।